मैं तो बस ਉਹੀ करना जिद्दां जिद्दां तू दसी जाना। ठीक है बीजी, तुसी लिस्ट बनाओ फिर मैं तुहानू दसदी हां। आ लिस्ट मैनू फड़ाओ आंटी जी, मैं कर लेने सारे काम। क्यों? तू लाड़ा है, ਅਸੀਂ ਲਾੜੇ ਕੋਲੋਂ थोड़ी काम कराउणा है। लाड़ा भी बन जूगा मैडम जी, पहला पुराने तो आ जाने दो, उदों तो कर लेने दो मैनू काम। पार्टी वधिया होनी चाहिए मैडम जी, माड़ा मोटा प्रोग्राम थोड़ी होई। ਬਹੁਤੀਆਂ ना गल्लां ना मार तू। मैनू आ दस परौणे किन्ने को आने हैं तेरे? पुराने किन्ने को होने? असी हैं बस। ਅਸੀਂ ਤਾਂ ਹਾਂ, पर होर किन्ने को फोन किते है तू? फोन में वाधू नहीं किते, भीड़ थोड़ी जमा करनी है। पर हाँ, मेरे नजदीकी दोस्त जरूर आने। ते काका तेरे रिश्तेदार, तेरे घर वाले किसी ने नहीं आना? रिश्तेदार तो एक दो आउणगे, बाकी मम्मी डैडी तो आउणगे ही आउणगे। जे परौणे घट ही है फिर तो कोई औखा काम नहीं है। हुण तो वावा तजर्बा हो गया सानू। ਉਹ ਤਜਰਬਾ ਤਾਂ ਦੇਖੋ ਸਾਨੂੰ ਹੁਣ ਇੰਨਾ ਹੋ ਗਿਆ ਨਾ ਕਿ ਜੇ 5-10 ਪ੍ਰਾਹੁਣੇ ਆ ਵੀ ਜਾਣ ਤੇ ਉਹਨਾਂ ਨੂੰ ਨਾ ਇੰਨਾ ਖਿਲਾ ਪਿਲਾ ਕੇ ਭੇਜਾਂਗੇ, ਇੱਕਦਮ ਖੁਸ਼ ਹੋ ਜਾਣਗੇ। ਆਂਟੀ ਜੀ ਤੁਸੀਂ 5-10 ਦੀ ਗੱਲਾਂ ਕਰਦੇ ਹੋ, ਮੈਨੂੰ ਤਾਂ ਯਕੀਨ ਹੈ ਕਿ ਜੇ 500 ਬੰਦਾ ਵੀ ਆ ਗਿਆ ਨਾ, ਉਹਨਾਂ ਦੀ ਕੇਟਰਿੰਗ ਵੀ ਮੈਡਮ ਨੇ ਸਿਰਾ ਚਾੜ ਦੇਣੀ ਹੈ। होर कुछ नहीं, 500 बंदा जे इन्ने परौणे आने हैं फिर तुसी किसी होर नाल गल कर लो। मैडम जी ਤੁਸੀਂ ਤਾਂ ਘਬਰਾਈ ਗਏ, ਤੁਸੀਂ ਫਿਕਰ ਨਾ ਕਰੋ, ਜਿੰਨੇ ਕਿ ਲੋਕੀ ਸਾਡੀ ਖੁਸ਼ੀ ਵਿੱਚ ਖੁਸ਼ ਹੋਣਗੇ ਨਾ, ਉਹਨੇ ਕਿ ਆਣੇ। बस बीजी फिर तो साडा अंदाजा सही सी, छोटी पार्टी ਲਈ ਤਾਂ ਪ੍ਰਬੰਧ ਹੋਇਆ ਹੀ ਹੋਇਆ। ਪਰ ਮੇਰਾ ਨਹੀਂ ਪ੍ਰਬੰਧ ਹੁੰਦਾ ਪਿਆ ਨਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਮੈਂ ਕਿਹੜੇ ਕੱਪੜੇ ਪਾਵਾਂ। ਉਹ ਕਿਉਂ ਮਜ਼ਾਕ ਕਰਦਾ ਮੁੰਡਿਆ? ਉਹ ਮੁੰਡਿਆਂ ਖੁੰਡਿਆਂ ਨੂੰ ਪਾਰਟੀਆਂ ਸ਼ਾਰਟੀਆਂ ਫੈਸ਼ਨਾਂ ਦਾ ਸਭ ਕੁਝ ਪਤਾ ਹੁੰਦਾ। ਤੁਹਾਨੂੰ ਤਾਂ ਮੇਰਾ ਪਤਾ ਹੀ ਆਂਟੀ ਜੀ, ਕਿੰਨੀਆਂ ਕਿ ਪਾਰਟੀਆਂ 'ਚ ਮੈਂ ਜਾਣਾ ਹੁੰਦਾ, ਤੇ ਉੱਤੋਂ ਅੱਜ ਮੇਰੀ ਇਹ ਪਾਰਟੀ ਹੈ, ਪਹਿਲੀ ਵਾਰ ਤਾਂ ਮੰਗਣੀ ਹੋਣ ਲੱਗੀ ਹੈ ਮੇਰੀ। देख लो माया मैडम, शिवम तो दूजी बार दी आस लाई बैठा है। मैडम जी भावें 5 बार सोच ले, पर हुण ना मैं तो पुछ के करवाने पैनी है। ਉਹ ਦੇਖਿਆ ਬੱਚੂ, ਆ ਗਿਆ ਮਜ਼ਾ। ਉਹ ਮਾਇਆ ਨੂੰ ਇੰਨਾ ਭੋਲੇ ਵੀ ਨਹੀਂ ਸਮਝੀ। ਆਂਟੀ ਜੀ ਇਹਨੇ ਤਾਂ ਪਹਿਲਾਂ ਹੀ ਮੇਰਾ ਵਹਿਮ ਕੱਢ ਦਿੱਤਾ। ਤੇ ਆਹ ਦੇਖੋ, ਇਹ ਮਾਇਆ ਨੇ ਨਾ ਸਾਡੇ ਦੋਨਾਂ ਲਈ ਪਸੰਦ ਕੀਤੇ ਆ, ਤੁਸੀਂ ਦੇਖੋ ਠੀਕ ਕਿਹੜਾ। मेरी तो अज तक कोई पसंद नहीं, जो तुहानू सारिਆਂ ਨੂੰ पसंद लगूगा ਉਹੀ ठीक है। ਪਰ ਕਾਕਾ ਮਹਿਕਮਾ ਮੇਰਾ ਨਹੀਂ ਆ, ਉਹ ਮੈਨੂੰ ਫੈਸ਼ਨਾਂ ਪੁੱਛਣਾ ਦਾ ਕੀ ਪਤਾ। ਤੂੰ ਕੱਪੜੇ ਤਾਂ ਫੈਸ਼ਨ ਦਾ ਦੇਸ਼ੋਂ ਨੂੰ ਪੁੱਛ। ਠੀਕ ਹੈ ਆਂਟੀ ਜੀ, ਦੇਸ਼ੋ ਮੈਡਮ ਆਓ ਬੈਠੋ। ਲਿਆਓ ਆਂਟੀ ਜੀ, ਮੈਂ ਤੁਹਾਡੀ ਮਦਦ ਕਰਦੀ ਆ। ਆ ਕੱਪੜੇ ਨਾ ਸ਼ਿਵਮ ਨੂੰ ਤੇ ਮੈਡਮ ਜੀ ਨੂੰ ਦੇਖਣ ਦਿਓ। हाय सिंपल किवें है? ਵਧੀਆ। ਤੂੰ ਕੱਲੀ ਆਈ ਹੈ? ਵੀਣਾ ਕਿੱਥੇ ਆ? ਉਹ ਵੀਨਾ ਦਾ ਮੈਨੂੰ ਫੋਨ ਆਇਆ ਸੀ, ਉਹ ਬਿਮਾਰ ਹੋ ਗਈ, ਇਸ ਕਰਕੇ ਮੈਨੂੰ ਇਕੱਲੇ ਆਣਾ ਪਿਆ। ਚੱਲ ਕੋਈ ਗੱਲ ਨਹੀਂ, ਤੂੰ ਤਾਂ ਆ ਜਾ। क्यों माया, हो गई तैयारी? ਕੋਈ ਨਾ, ਤਿਆਰੀ ਵੀ ਹੋ ਜਾਊਗੀ, ਪਰ ਸਾਨੂੰ ਤੁਹਾਡੀ ਮਦਦ ਦੀ ਕੋਈ ਲੋੜ ਨਹੀਂ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੈਨੂੰ ਸਾਡੀ ਮਦਦ ਦੀ ਕੋਈ ਲੋੜ ਨਹੀਂ ਹੈ, ਪਰ ਕੋਈ ਗੱਲ ਨਹੀਂ, ਮੈਂ ਸੋਚਿਆ ਤੈਨੂੰ ਕੱਪੜਿਆਂ 'ਚ ਕੋਈ ਸਲਾਹ ਦੇ ਦਿੰਨੀ ਆ। ਤੁਹਾਡੀ ਨਾ ਮਿਹਰਬਾਨੀ, ਇਹ ਕੰਮ ਤਾਂ ਅਸੀਂ ਪਹਿਲਾਂ ਹੀ ਕਰ ਲਿਆ ਹੈ। ਉਹ ਤਾਂ ਮੈਂ ਵੇਖ ਹੀ ਲਿਆ। ਤੇਰਾ ਸ਼ਿਵਮ ਦੇਸ਼ੋ ਮੈਡਮ ਨਾਲ ਮੱਥਾ ਮਾਰਨ ਲੱਗਾ ਹੋਇਆ, ਪਰ ਤੈਨੂੰ ਤਾਂ ਮੇਰੇ ਫੈਸ਼ਨ ਸੈਂਸ ਦਾ ਪਤਾ ਹੀ ਹੈ, ਤੈਨੂੰ ਵਧੀਆ ਕੱਪੜੇ ਸਿਲੈਕਟ ਕਰਾ ਦਾਂਗੀ। ਤੈਨੂੰ ਕੁਝ ਜ਼ਿਆਦਾ ਨਹੀਂ ਚਾਅ ਚੜਿਆ ਮੇਰੀ ਮੰਗਣੀ ਦਾ? ਅਸੀਂ ਨਾ ਬਿਨਾਂ ਫੈਸ਼ਨ ਤੋਂ ਹੀ ਚੰਗੇ ਆ, ਸਾਨੂੰ ਨਹੀਂ ਲੋੜ ਕਿਸੇ ਫੈਸ਼ਨ ਡਿਜ਼ਾਈਨਰ ਦੀ। ਠੀਕ ਹੈ ਭਾਈ, ਤੇਰੀ ਮਰਜ਼ੀ ਸਹੀ। ਮੈਂ ਤਾਂ ਸੋਚਿਆ ਸੀ ਕਿਸੇ ਪਿੰਡੂ ਜਨਾਨੀ ਨਾਲੋਂ ਤਾਂ ਵਧੀਆ ਕੱਪੜੇ ਸਿਲੈਕਟ ਕਰਾ ਦੂੰਗੀ, ਪਰ ਜੇ ਤੁਸੀਂ ਲੋਕਾਂ ਨੇ ਡਿਸਾਈਡ ਕਰ ਲਿਆ, ਉਹ ਤੁਹਾਡੀ ਮਰਜ਼ੀ। ਹੁਣ ਜੇ ਤੂੰ ਚਾਹਨੀ ਹੈ ਕਿ ਤੇਰੀ ਮੰਗਣੀ ਦੀ ਫੋਟੋਆਂ ਨਾ 20 ਸਾਲ ਪੁਰਾਣੀਆਂ ਦਿਖਣ ਤਾਂ ਐਵੇਂ ਹੀ ਸਹੀ। ਬਾਕੀ ਸ਼ਿਵਮ ਨੂੰ ਤਾਂ ਉਹਦੀ ਦੇਸ਼ੋ ਮੈਡਮ ਦੇ ਇਲਾਵਾ ਕਿਸੇ ਹੋਰ ਦੀ ਕੋਈ ਗੱਲ ਸਮਝ ਨਹੀਂ ਆਉਂਦੀ। ਮਾਇਆ ਇਹਨੂੰ ਪੁੱਛ ਲੈ, ਜੇ ਇਹਦੀਆਂ ਗੱਲਾਂ ਖਤਮ ਹੋ ਗਈਆਂ ਨਾ ਤਾਂ ਆਪਾਂ ਕੋਈ ਕੰਮਕਾਰ ਸ਼ੁਰੂ ਕਰੀਏ। ਇਹ ਤਾਂ ਬਿਨ ਬੁਲਾਈ ਮਹਿਮਾਨ ਹੈ ਆਂਟੀ ਜੀ, ਤੁਸੀਂ ਦੱਸੋ ਕੀ ਕੰਮ ਹੈ? ਕੰਮ ਤਾਂ ਸਾਰੇ ਹੋ ਗਏ ਆ, ਮੈਂ ਸਮਾਨ ਦੀ ਲਿਸਟ ਵੀ ਬਣਾ ਲਈ ਆ ਤੇ ਦੇਸ਼ੋ ਨੇ ਸਾਰਾ ਕੁਝ ਤਿਆਰ ਵੀ ਕਰ ਲਿਆ। ਬਸ ਤੂੰ ਤਾਂ ਸ਼ਿਵਮ ਨਾ ਲਿਸਟ ਲੈ ਕੇ ਤੇ ਬਾਜ਼ਾਰੋਂ ਕੁਝ ਸਮਾਨ ਲੈ ਆਓ। ਕੋਈ ਗੱਲ ਨਹੀਂ ਆਂਟੀ ਜੀ, ਮੈਂ ਤਾਂ ਸ਼ਿਵਮ ਜਾ ਕੇ ਸਮਾਨ ਲੈ ਆਉਂਦੇ ਆ, ਨਾਲੇ ਸਮਾਨ ਕਿਹੜਾ ਇੰਨਾ ਜ਼ਿਆਦਾ ਲੈ ਕੇ ਆਉਣਾ ਹੈ। ਇਹਦਾ ਮਤਲਬ ਤੂੰ ਆਪਣੀ ਮੰਗਣੀ ਲਈ ਵੀ ਸੌਦਾ ਪੱਤਾ ਆਪ ਲੈਣ ਜਾਓਗੇ? ਆ ਹੁਕਮ ਤਾਂ ਸਿਰਫ ਮੈਡਮ ਜੀ ਦਾ ਹੀ ਚੱਲੂਗਾ। ਆਮ ਤੌਰ ਤੇ ਨਾ ਕੁੜੀਆਂ ਦੇ ਵਿਆਹ ਤੇ ਮੰਗਣੀ ਵਿੱਚ ਨਾ ਵੱਡੇ ਹੀ ਸਾਰਾ ਕੁਝ ਕਰਦੇ ਨੇ, ਪਰ ਹਾਂ ਜੇ ਕੁੜੀ ਕੱਲੀ ਨਿਕਲ ਆਏ
ਤਾਂ ਗੱਲ ਕੁਝ ਹੋਰ ਹੈ। ਹਾਂ ਕੋਈ ਗੱਲ ਨਹੀਂ, ਮੇਰੀ ਤੇ ਅਰਮਾਨ ਦੀ ਮੰਗਣੀ ਨਾ ਇੱਕਦਮ ਸ਼ਾਹੀ ਹੋਊਗੀ। ਅੱਧਾ ਸ਼ਹਿਰ ਦੇਖੇਗਾ। ਤੇ ਮੇਰੀ ਭਾਵੇਂ 10 ਬੰਦੇ ਹੀ ਦੇਖਣ, ਪਰ ਮੈਨੂੰ ਪੱਕਾ ਯਕੀਨ ਹੈ ਕਿ ਦੇਸ਼ੋ ਮੈਡਮ ਨਾ ਉਹਨੂੰ ਵੀ ਯਾਦਗਾਰ ਬਣਾ ਦੇਣਗੇ। ਆ ਜਿਹੜਾ ਇੰਤਜ਼ਾਮ ਉਹਨਾਂ ਨੇ ਕਰ ਦਿੱਤਾ ਹੈ ਨਾ, ਇਹ ਤਾਂ ਮੇਰੇ ਤੋਂ ਕਦੇ ਹੋਣਾ ਹੀ ਨਹੀਂ ਸੀ। ਸ਼ਿਵਮ, ਆਹ ਵਾਲਾ ਡਿਜ਼ਾਈਨਰ ਕੁੜਤਾ ਵਧੀਆ ਲੱਗ ਰਿਹਾ ਹੈ, ਪਰ ਮੌਕੇ ਦੇ ਹਿਸਾਬ ਨਾਲ ਇਹਦਾ ਰੰਗ ਥੋੜਾ ਫਿੱਕਾ ਹੈ। ਕੋਈ ਗੱਲ ਨਹੀਂ, ਇਹਨੂੰ ਰਹਿਣ ਦਿੰਦੇ ਆ। ਜਿਹੜਾ ਤੁਸੀਂ ਪਹਿਲਾਂ ਕਿਹਾ ਸੀ ਨਾ, ਉਹ ਠੀਕ ਹੈ। ਉਹ ਅੱਛਾ ਹੈ, ਪਰ ਮਾਇਆ ਮੈਡਮ ਨੂੰ ਵੀ ਤਾਂ ਪੁੱਛ ਲੈ ਇੱਕ ਵਾਰੀ, ਪਤਾ ਲੱਗੇ ਅਸੀਂ ਪਸੰਦ ਕਰ ਲਿਆ ਤੇ ਉਹਨਾਂ ਨੇ ਤੈਨੂੰ ਪੈਂਟ ਸ਼ਰਟ ਪਵਾਣੀ ਹੋਵੇ। ਹੋਰ ਨਹੀਂ ਕੁਝ, ਉਹਦੇ ਕਹਿਣ ਤੇ ਮੈਂ ਕੋਟ ਪੈਂਟ ਨਾ ਪਾ ਲਵਾਂ ਇੰਨੀ ਗਰਮੀ 'ਚ। ਮਾਇਆ ਮੈਡਮ, ਮੈਂ ਨਾ ਸ਼ਿਵਮ ਨੂੰ ਦੱਸ ਦਿੱਤਾ ਹੈ ਕੱਪੜਿਆਂ ਬਾਰੇ, ਇੱਕ ਵਾਰੀ ਤੁਸੀਂ ਵੀ ਵੇਖ ਲਓ। ਨਹੀਂ ਮੈਡਮ ਜੀ, ਮੈਂ ਕੁਝ ਨਹੀਂ ਦੇਖਣਾ। ਜੋ ਤੁਹਾਨੂੰ ਦੋਨਾਂ ਨੂੰ ਪਸੰਦ ਹੈ ਮੈਂ ਤਾਂ ਉਹੀ ਪਾਉਂਗੀ। ਦੇਖਿਆ ਤੂੰ ਕਿੱਦਾਂ ਆਪਣੀ ਦੇਸ਼ੋ ਮੈਡਮ ਦੀ ਚਮਚੀ ਬਣੀ ਫਿਰਦੀ ਹੈ। ਉਹ ਤਾਂ ਮੈਂ ਵੇਖਦੀ ਪਈ ਆ, ਪਰ ਤੇਰੇ ਤੋਂ ਇੱਕ ਛੋਟਾ ਜਿਹਾ ਕੰਮ ਕਿਉਂ ਨਹੀਂ ਹੁੰਦਾ ਪਿਆ? ਕਾਹਦਾ ਕੰਮ? ਇਹ ਤਾਂ ਦੇਸ਼ੋ ਦੇ ਖਿਲਾਫ ਉਲਟ ਗੱਲ ਸੁਣ ਕੇ ਰਾਜੀ ਨਹੀਂ ਹੈ। ਦੇਖਿਆ ਨਹੀਂ ਤੂੰ ਕਿੱਦਾਂ ਨਾ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦਿੱਤਾ। ਇਹਦਾ ਮਤਲਬ ਕੁਝ ਹੋਰ ਕਰਨਾ ਪਊਗਾ। ਹੁਣ ਹੋਰ ਕੀ ਕਰਨਾ ਹੈ? ਜੇ ਕੰਨੀ ਸੁਣੀ ਤੇ ਯਕੀਨ ਨਹੀਂ ਕਰਦੀ ਤਾਂ ਅਸੀਂ ਉਹਨੂੰ ਅੱਖੀ ਵਿਖਾ ਦਿੰਦੇ ਆ, ਫੇਰ ਤਾਂ ਮੰਨੂਗੀ। ਅੱਖੀ ਕੀ ਦਿਖਾਣਾ ਹੈ? ਹੁਣ ਦੇਸ਼ੋ ਤੇ ਸ਼ਿਵਮ ਨੂੰ ਮੈਂ ਬਾਗਾ ਦੇ ਵਿੱਚ ਗਾਣੇ ਤਾਂ ਗਵਾ ਨਹੀਂ ਸਕਦੀ ਫਿਲਮਾਂ ਵਾਂਗ। ਚੱਲ ਭਾਵੇਂ ਬਾਗਾ 'ਚ ਨਾ ਗਾਣੇ ਗਾਣ, ਪਰ ਘੱਟ ਤੋਂ ਘੱਟ ਬਾਗ 'ਚ ਤਾਂ ਆਣ। ਬਸ ਆਪਾਂ ਇਹੀ ਮੌਕੇ ਦਾ ਫਾਇਦਾ ਚੱਕ ਲੈਣਾ। ਭਾਜੀ, ਤੁਸੀਂ ਹਲੇ ਤੱਕ ਲੜੀਆਂ ਨਹੀਂ ਵੱਜੀਆਂ? ਬੜਾ ਢਿੱਲਾ ਕੰਮ ਹੈ ਤੁਹਾਡਾ। ਉਹ ਅੰਦਰੋਂ ਮੁਕਾ ਕੇ ਕੰਮ ਹੁਣੀ ਆਏ ਨੇ ਜੀ ਮੁੰਡੇ। ਪਹਿਲਾਂ ਤਾਂ ਮੈਂ ਕੱਲਾ ਲੱਗਿਆ ਸੀ। ਜੇ ਇੰਨਾ ਕੰਮ ਸੀ ਤਾਂ ਇੱਕ ਦੋ ਮੁੰਡੇ ਹੋਰ ਸੱਦ ਲੈਣੇ ਸੀ। ਉਹ ਭੈਣ ਜੀ, ਕੰਮ ਤਾਂ ਕੁਝ ਵੀ ਨਹੀਂ ਹੈ, ਅੱਧੇ ਘੰਟੇ ਦੀ ਮਾਰ ਹੈ, ਹੁਣੀ ਮੁਕਾ ਦੇਣਾ ਜੀ। ਹੁਣ ਅੱਧੇ ਘੰਟੇ ਵਿੱਚ ਮੁਕਾਣ ਦੇ ਚੱਕਰ 'ਚ ਨਾ ਆ ਲੜੀਆਂ ਤੁਸੀਂ ਬਿੰਗੀ ਟੇਡੀਆਂ ਨਾ ਲਾ ਦਿਓ। ਤੁਸੀਂ ਰਹਿਣ ਦਿਓ, ਤੁਹਾਡੇ ਪੱਲੇ ਨਹੀਂ ਪੈ ਰਹੀ ਗੱਲ। ਮੈਂ ਆਪ ਹੀ ਤੁਹਾਨੂੰ ਉੱਤੇ ਜਾ ਕੇ ਦੱਸਦੀ ਆ। ਭਾਜੀ, ਤੁਸੀਂ ਥੱਲੇ ਆਓ, ਮੈਂ ਆਨੀ ਆ ਉੱਤੇ। ਹਾਂਜੀ ਹਾਂਜੀ, ਤੁਸੀਂ ਗੁੱਸਾ ਨਾ ਕਰਿਓ, ਮੈਂ ਤੁਹਾਨੂੰ ਖੜੇ ਪੈਰ ਫੋਨ ਕਰ ਰਿਹਾ। ਹਾਂਜੀ ਇਹ ਤਾਂ ਆਪ ਹੀ ਚੜ ਗਈ। ਇਹ ਵੀ ਇੱਥੇ ਹੈ, ਇਹੀ ਮੌਕਾ ਹੈ। ਸਿੰਪਲ। ਹਾਂ ਕੀ ਗੱਲ ਹੈ? ਪਹਿਲਾਂ ਤਾਂ ਤੂੰ ਹੌਲੀ ਬੋਲ। ਬੋਲ। ਅੰਦਰ ਜਾ ਕੇ ਮਾਇਆ ਨੂੰ ਸੱਦ ਕੇ ਆ। ਮਾਇਆ ਨੂੰ ਕਿਉਂ? ਤੂੰ ਅੰਦਰ ਜਾ ਕੇ ਮਾਇਆ ਨੂੰ ਸੱਦ ਕੇ ਆ, ਇਹੀ ਮੌਕਾ ਹੈ। मैडम जी, जल्दी और जल्दी दास्ता सही होया की है। ਉਹ ਦੇਖ ਬਾਹਰ ਤਾਂ ਸਾਰਾ ਰੰਗ ਢੰਗ ਹੀ ਬਦਲਿਆ ਪਿਆ ਤੇਰੀ ਮੰਗਣੀ ਦੇ ਚੱਕਰ 'ਚ। ਉਹ ਦੇਖਤਾ ਸਹੀ, ਤੇਰੀ ਦੇਸ਼ੋ ਮੈਡਮ ਨਾ ਆਪ ਹੀ ਘਰ ਦੀ ਸਜਾਵਟ ਕਰਨ ਲੱਗੀ ਵੀ। ਚੱਲ ਚੱਲ ਚਲਾ। ਚੰਗਾ ਹੋਇਆ ਸ਼ਿਵਮ ਤੂੰ ਸਾਂਭ ਲਿਆ। ਪਤਾ ਨਹੀਂ ਮੈਂ ਕਿੱਦਾਂ ਖਿਸਕ ਗਈ ਪੌੜੀ ਤੋਂ। शुक्र है मैडम जी बचाव हो गया, नहीं तो मेरी मंगनी का इंतजाम किने करना सी। ਤੇਰੇ ਮੰਗਣੀ ਦੇ ਇੰਤਜ਼ਾਮ ਦਾ ਤਾਂ ਪਤਾ ਨਹੀਂ, ਜੇ ਮੈਂ ਪੌੜੀ ਤੋਂ ਡਿੱਗ ਜਾਂਦੀ ਨਾ, ਮੇਰੇ ਭੋਗ ਦਾ ਇੰਤਜ਼ਾਮ ਤਾਂ ਹੋ ਗਿਆ ਸੀ। ਤੁਸੀਂ ਫਿਕਰ ਨਾ ਕਰੋ ਮੈਡਮ ਜੀ, ਇਦਾਂ ਨਹੀਂ ਮਰਨ ਦਿੰਦੇ ਅਸੀਂ ਤੁਹਾਨੂੰ। ਚੱਲ ਸ਼ੁਕਰੀਆ। ਵਾਹ ਬਈ ਵਾਹ, ਲੋਕਾਂ ਨੂੰ ਤਾਂ ਲੱਗਦਾ ਹੈ ਕਿ ਸ਼ਿਵਮ ਦੇਸ਼ੋ ਦਾ ਬਿਜ਼ਨਸ ਸੰਭਾਲਦਾ ਹੈ, ਪਰ ਇੱਥੇ ਤਾਂ शिवम ने देशों ਨੂੰ ਡਿੱਗਣ ਤੋਂ ਹੀ ਸੰਭਾਲ ਲਿਆ। तू चुप करेंगी? तू मेरी जुबान क्यों बंद करा रही है? उधर देख,
ਤੇਰਾ ਸ਼ਿਵਮ ਨਾ ਦੇਸ਼ੋ ਮੈਡਮ ਦੇ ਨਾਲ ਉੱਚੀਆਂ ਪਾਉਂਦਾ ਫਿਰਦਾ ਹੈ, ਉਹ ਵੀ ਸਾਰੇ ਲੋਕਾਂ ਦੇ ਸਾਹਮਣੇ। ਚਲ ਠੀਕ ਹੈ, ਜੇ ਅਗਲੇ ਨੂੰ ਤੇਰੇ ਸਾਹਮਣੇ ਖੜੀ ਦਾ ਕੋਈ ਫਰਕ ਨਹੀਂ ਹੈ ਤਾਂ ਕਿਸੇ ਹੋਰ ਦਾ ਤਾਂ ਕਿਉਂ ਹੀ ਕਰੂਗਾ। ਉਦਾਂ ਹੋਇਆ ਕੀ ਸੀ ਮੈਡਮ ਜੀ? ਤੁਹਾਨੂੰ ਤਾਂ ਪਿੰਡ ਵਿੱਚ ਬਥੇਰਾ ਤਜਰਬਾ ਹੋਣਾ ਹੈ ਨਾ ਇਹੋ ਜੀ ਬਾਂਸ ਵਾਲੀ ਸੀੜੀ ਤੇ ਚੜਨ ਦਾ। ਤੁਸੀਂ ਤਾਂ ਤਿਲਕ ਕੇ ਹੀ ਡਿੱਗ ਪਏ। ਤਾਰੂ ਹੀ ਡੁੱਬਦੇ ਹੁੰਦੇ ਆ ਸ਼ਿਵਮ। ਮੈਨੂੰ ਤਾਂ ਸਮਝ ਹੀ ਨਹੀਂ ਆਇਆ, ਮੈਂ ਪੌੜੀ ਤੇ ਹੀ ਖੜੀ ਸੀ ਪਰ ਪੌੜੀ ਏਦਾਂ ਕੰਬੀ ਜਿੱਦਾਂ ਭੁਚਾਲ ਆਇਆ ਹੋਵੇ। ਮੈਂ ਤਾਂ ਸਾਂਭ ਹੀ ਨਹੀਂ ਹੋਇਆ ਆਪਣੇ ਆਪ ਨੂੰ। ਹੋ ਦੇਖ, ਹੱਲੇ ਵੀ ਦੋਵੇਂ ਹੱਸੀ ਜਾਂਦੇ ਤੇ ਇਦਾਂ ਹੱਸਦੇ ਪਏ ਜਿੱਦਾਂ ਕੁਝ ਹੋਇਆ ਹੀ ਨਹੀਂ ਹੁੰਦਾ। ਤੈਨੂੰ ਮੈਂ ਪਹਿਲਾਂ ਵੀ ਕਿਹਾ ਤੂੰ ਬਹੁਤੀ ਅੱਗ ਨਾ ਲਾ। ਮੇਰੇ ਬੋਲਿਆ ਤੈਨੂੰ ਅੱਗ ਵੀ ਕਾਹਨੂੰ ਲੱਗਣੀ ਹੈ? ਹੁਣ ਜੇ ਤੈਨੂੰ ਇਦਾਂ ਲੱਗਦਾ ਹੈ ਤੂੰ ਦੇਖ ਲੈ, ਉਹ ਤੇਰਾ ਸ਼ਿਵਮ ਆਪਣੀ ਨਾ ਸਹੇਲੀ ਦੇ ਨਾਲ ਨਹੀਂ ਦੇਸ਼ੋ ਮੈਡਮ ਵੀ ਨਹੀਂ, ਪਿਆਰੀ ਦੋਸਤ ਨਾਲ, ਚਲ ਜੋ ਵੀ ਹੈ ਉਹਦੇ ਨਾਲ ਅਗਲਾ ਸਮਾਂ ਗੁਜ਼ਾਰਦਾ ਪਿਆ। ਤੇ ਜੇ ਤੈਨੂੰ ਲੱਗਦਾ ਹੈ ਕੋਈ ਫਰਕ ਨਹੀਂ ਪੈਂਦਾ ਤਾਂ ਠੀਕ ਆ, ਪਰ ਤੂੰ ਤਾਂ ਸ਼ਿਵਮ ਨੂੰ ਉਡੀਕ ਹੀ ਸਕਦੀ ਹੈ ਨਾ। ਤੂੰ ਕਿਹੜਾ ਉਹਨੂੰ ਇਕੱਲਾ ਛੱਡ ਕੇ ਜਾਣਾ ਕਿੱਧਰੇ? ਪਰ ਤੁਸੀਂ ਉੱਤੇ ਕਰਨ ਕੀ ਗਏ ਸੀ? ਤੂੰ ਆ ਦੇਖ ਤਾਂ ਸਹੀ, ਆ ਕਿੱਦਾਂ ਦੇ ਫੁੱਲ ਲਾਏ ਉਹਨਾਂ ਨੇ। ਮੈਂ ਕਿੰਨੀ ਵਾਰੀ ਕਿਹਾ ਸੀਗਾ ਕਿ ਨੇੜੇ ਨੇੜੇ ਲਾਣੇ ਆ, ਪਤਾ ਨਹੀਂ ਸਮਝ ਨਹੀਂ ਆ ਰਿਹਾ। ਪਰ ਲੜੀਆਂ ਠੀਕ ਤਾਂ ਲਗਾਉਂਦੇ ਪਏ ਨੇ ਇਹ। ਤੈਨੂੰ ਕੁਝ ਨਹੀਂ ਪਤਾ, ਆ ਵੇਖ ਤਾਂ ਸਹੀ, ਨਾ ਕੋਈ ਡਿਜ਼ਾਈਨ ਨਾ ਕੁਝ, ਪਤਾ ਨਹੀਂ ਕਿਹੜੇ ਹਿਸਾਬ ਨਾਲ ਲੜੀਆਂ ਲਾਈਆਂ ਇਹਨਾਂ ਨੇ। ਐਦਾਂ ਕਰਦੇ ਆ, ਮੈਂ ਚੜਦਾ ਉੱਪਰ, ਤੁਸੀਂ ਮੈਨੂੰ ਦੱਸੋਗੇ ਕਿਵੇਂ ਲਾਣੀਆਂ ਲੜੀਆਂ, ਠੀਕ ਹੈ? ਠੀਕ ਹੈ। ਹਾਂ, ਤੁਸੀਂ ਫੜਿਓ, ਠੀਕ ਹੈ? ਆ ਲਾ ਇਧਰੋਂ ਸਿੱਧੀ। ਹਾਂ ਆ ਠੀਕ ਹੈ। ਉਹ ਵਾਲੀ ਲੜੀ ਉਤਾਰ ਦੇ, ਉਹਦੇ ਫੁੱਲ ਨਹੀਂ ਹੈਗੇ। ਹਾਂ ਫੜ ਕੇ ਰੱਖਿਓ ਮੈਡਮ ਜੀ। ਆ ਜਾ। ਹਾਂ ਹੁਣ ਦੇਖੋ। ਤੂੰ ਵੇਖ ਜੋ ਮੈਂ ਕਹਿੰਦੀ ਸੀ, ਆਹੀ ਡਿਜ਼ਾਈਨ ਪਾਉਣ ਨੂੰ ਕਿਹਾ ਸੀ ਮੈਂ ਉਹਨਾਂ ਨੂੰ। ਜੱਚਦਾ ਕਿ ਨਹੀਂ? ਹਾਂ ਹੁਣ ਬਣੀ ਹੈ ਨਾ ਗੱਲ। ਜੇ ਮੈਂ ਤੇਰੀ ਮੰਗਣੀ ਦੀ ਜ਼ਿੰਮੇਵਾਰੀ ਲਿੱਤੀ ਹੈ ਨਾ, ਤਾਂ ਛੋਟੀ ਛੋਟੀ ਚੀਜ਼ ਵਿੱਚ ਪੂਰਾ ਧਿਆਨ ਹੈ ਮੇਰਾ। ਚਲ ਕੋਈ ਗੱਲ ਨਹੀਂ, ਮੈਨੂੰ ਲੱਗਦਾ ਤੂੰ ਠੀਕ ਕਹਿ ਰਹੀ ਆ। ਮੈਂ ਹੀ ਬਹੁਤੀ ਫਿਕਰ ਕਰਦੀ ਪਈ ਸੀ। ਅਜੇ ਵੀ ਦੱਸ ਦੇ ਸ਼ਿਵਮ, 50 ਕੁ ਪ੍ਰਾਹੁਣੇ ਆਣੇ ਆ ਨਾ ਤੇਰੇ। ਆ ਨਾ ਹੋਵੇ ਕਿ ਪ੍ਰਾਹੁਣਿਆਂ ਸਾਹਮਣੇ ਰੋਟੀ ਘੱਟ ਪੈ ਜਾਵੇ। ਖੁੱਲਾ ਡੁੱਲਾ ਸਰ ਜਾਣਾ ਮੈਡਮ ਜੀ। ਪਰ ਜੇ 20 ਬੰਦਾ 50 ਦੀ ਰੋਟੀ ਖਾ ਜਾਵੇ, ਉਹਦੀ ਮੈਂ ਗਾਰੰਟੀ ਨਹੀਂ ਦੇ ਸਕਦਾ। ਚੱਲ ਫਿਰ ਮੈਂ ਏਦਾਂ ਕਰਦੀ ਆ, ਰੋਟੀ ਵਿੱਚ ਨਾ ਮਿਰਚਾਂ ਭੁੱਕ ਦਿੰਨੀ ਆ, ਫੇਰ ਸਹੀ ਰਹਿਣਗੇ ਤੇਰੇ ਪ੍ਰਾਹੁਣੇ। ਵੇਖ ਲਓ ਮਾਇਆ ਮੈਡਮ, ਆ ਤੁਹਾਡਾ ਸ਼ਿਵਮ ਨਾ ਪਹਿਲੇ ਦਿਨ ਹੀ ਖਰਚੇ ਤੋਂ ਬਚਣ ਦੀ ਸਕੀਮਾਂ ਲਾ ਰਿਹਾ ਹੈ। ਮਾਇਆ, ਤੂੰ ਅੱਜ ਮੈਡਮ ਦੀ ਗੱਲਾਂ ਤੇ ਨਾ ਧਿਆਨ ਨਾ ਦੇ। ਮੈਨੂੰ ਤਾਂ ਲੱਗਦਾ ਮੈਡਮ ਨੂੰ ਅੱਜ ਚਾਹੇ ਚੜ ਗਈ ਹੈ। ਚੱਲ ਚੰਗਾ, ਨਹੀਂ ਕਰਦੀ ਏਦਾਂ ਦੀ ਗੱਲਾਂ। ਮਾਇਆ ਮੈਡਮ ਤੁਸੀਂ ਦੱਸੋ, ਸਜਾਵਟ ਜੱਚ ਰਹੀ ਹੈ ਨਾ? ਹਾਂਜੀ, ਬਹੁਤ ਜੱਚਦੀਆਂ ਪਈਆਂ ਨੇ। ਮੈਂ ਤਾਂ ਸਾਰਾ ਕੁਝ ਖੜੇ ਪੈਰੀ ਕੀਤਾ ਹੈ। ਜੇ ਮੈਨੂੰ ਥੋੜਾ ਹੋਰ ਸਮਾਂ ਮਿਲਿਆ ਹੁੰਦਾ ਨਾ, ਤੇ ਮੈਂ ਬਹੁਤ ਕੁਝ ਕਰਨਾ ਸੀ। ਮੈਡਮ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਜ਼ਰੂਰੀ ਹੈ। ਕੀ ਹੋਇਆ ਮਾਇਆ ਮੈਡਮ? ਅਸੀਂ ਕੋਈ ਕੰਮ ਭੁੱਲ ਗਏ? ਨਹੀਂ, ਉਹ ਗੱਲ ਨਹੀਂ ਹੈ। ਫਿਰ ਕੀ ਗੱਲ ਹੈ? ਮੈਨੂੰ ਲੱਗਦਾ ਬੀਬੀਆਂ ਦੀ ਕੋਈ ਜ਼ਰੂਰੀ ਸਲਾਹ ਹੋਣੀ ਹੈ। ਮੈਂ ਦੂਜਾ ਕੰਮ ਦੇਖਦਾ ਕੋਈ ਜਾ ਕੇ, ਠੀਕ ਹੈ? ਥੈਂਕ ਯੂ ਸ਼ਿਵਮ। ਕੀ ਗੱਲ ਮਾਇਆ ਮੈਡਮ, ਏਦਾਂ ਦੀ ਕੀ ਗੱਲ ਹੈ? ਤੁਸੀਂ ਸ਼ਿਵਮ ਨੂੰ ਵੀ ਭੇਜ ਦਿੱਤਾ? ਤੁਸੀਂ ਆਓ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਪਰ ਹੋਇਆ ਕੀ ਹੈ ਮਾਇਆ ਮੈਡਮ? ਮਾਇਆ ਮੈਡਮ ਵਾਹ ਨੈਂਸੀ, ਤੇਰਾ ਤਾਂ ਦਿਮਾਗ ਹੀ ਬਹੁਤ ਤੇਜ਼ ਹੈ। ਐਨ ਮੌਕੇ ਤੇ ਨਾ ਲੋਹੇ ਤੇ ਸੱਟ ਮਾਰੀ ਹੈ ਤੂੰ। ਇਦਾਂ ਹੀ ਆ ਫਿਰ। ਹਲੇ ਤਾਂ ਤੂੰ ਦੇਖੀ ਲੜੀਆਂ ਕਿੱਦਾਂ ਖਿਲਰਦੀਆਂ ਨੇ। ਕੀ ਗੱਲ ਹੈ ਮਾਇਆ ਮੈਡਮ? ਤੁਸੀਂ ਆਓ ਤਾਂ ਸਹੀ। ਕਿਉਂ ਮੈਨੂੰ ਏਦਾਂ ਢੋਈ ਜਾਂਦੇ ਹੋ? ਗੱਲ ਕੀ ਹੈ? ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ। ਉਹੀ ਤਾਂ ਮੈਂ ਪੁੱਛੀ ਜਾ ਰਹੀ ਹਾਂ, ਕੀ ਗੱਲ ਕਰਨੀ ਹੈ? ਸਭ ਕੁਝ ਠੀਕ ਹੈ ਨਾ? ਸ਼ਿਵਮ ਨੇ ਤਾਂ ਨਹੀਂ ਕੁਝ ਕਿਹਾ ਤੁਹਾਨੂੰ? ਨਹੀਂ ਜੀ, ਸ਼ਿਵਮ ਨੇ ਮੈਨੂੰ ਕੁਝ ਨਹੀਂ ਕਿਹਾ। ਫਿਰ ਕੀ ਗੱਲ ਹੈ? ਤੁਹਾਨੂੰ ਘਬਰਾਹਟ ਹੋ ਰਹੀ ਹੈ ਨਾ?
ਕੋਈ ਗੱਲ ਨਹੀਂ, ਕੁੜੀਆਂ ਨੂੰ ਇਦਾਂ ਦੇ ਮੌਕੇ ਤੇ ਹੋ ਜਾਂਦੀ ਹੈ ਘਬਰਾਹਟ। ਨਹੀਂ, ਮੈਨੂੰ ਕੋਈ ਘਬਰਾਹਟ ਨਹੀਂ ਹੋ ਰਹੀ। ਪਰ ਗੱਲ ਕੀ ਹੈ, ਨਾਲੇ ਮੇਰਾ ਹੱਥ ਤਾਂ ਛੱਡੋ। ਕੁਝ ਨਹੀਂ ਹੋਇਆ ਮੈਨੂੰ। ਮੈਂ ਤੁਹਾਨੂੰ ਬਸ ਇਹੀ ਦੱਸਣਾ ਹੈ ਕਿ ਮੈਂ ਸ਼ਿਵਮ ਨਾਲ ਮੰਗਣੀ ਨਹੀਂ ਕਰਾਉਣੀ। ਤੁਸੀਂ ਮਜ਼ਾਕ ਕਰ ਰਹੇ ਹੋ ਨਾ? ਮੈਂ ਮਜ਼ਾਕ ਨਹੀਂ ਕਰ ਰਹੀ। ਬਸ ਮੈਂ ਸ਼ਿਵਮ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਪਰ ਕਿਉਂ? ਕਿਉਂਕਿ ਮੈਨੂੰ ਡਰ ਲੱਗਦਾ ਹੈ। ਅੱਛਾ, ਤੁਹਾਨੂੰ ਡਰ ਲੱਗ ਰਿਹਾ? ਕੋਈ ਵੱਡੀ ਗੱਲ ਨਹੀਂ ਹੈ। ਕੁੜੀਆਂ ਅਕਸਰ ਸੋਚਦੀਆਂ ਨੇ ਕਿ ਪਤਾ ਨਹੀਂ ਉਹ ਸਾਰੀ ਉਮਰ ਰਿਸ਼ਤਾ ਨਿਭਾ ਵੀ ਪਾਣਗੀਆਂ ਕਿ ਨਹੀਂ। ਤੇ ਕਦੇ-ਕਦੇ ਤਾਂ ਇਦਾਂ ਲੱਗਦਾ ਹੈ ਕਿ ਸਾਰਾ ਝਮੇਲਾ ਛੱਡ ਕੇ ਨਾ ਕਿਤੇ ਭੱਜ ਜਾਓ। ਮੇਰਾ ਕਿਤੇ ਭੱਜਣ ਨੂੰ ਦਿਲ ਨਹੀਂ ਕਰਦਾ, ਪਰ ਮੈਂ ਇਹ ਮੰਗਣੀ ਨਹੀਂ ਕਰਾਉਣੀ। ਮੈਂ ਕਦੋਂ ਕਿਹਾ ਕਿ ਤੁਸੀਂ ਕਿਤੇ ਭੱਜ ਜਾਣਾ ਹੈ? ਮੈਂ ਬਸ ਇਹ ਕਹਿ ਰਹੀ ਹਾਂ ਕਿ ਮੈਨੂੰ ਪਤਾ ਹੈ ਕਿ ਤੁਸੀਂ ਜ਼ਿੰਮੇਵਾਰੀ ਤੋਂ ਡਰ ਰਹੇ ਹੋ, ਪਰ ਕੋਈ ਗੱਲ ਨਹੀਂ, ਸ਼ਿਵਮ ਬਹੁਤ ਵਧੀਆ ਮੁੰਡਾ ਹੈ। ਉਹ ਤੁਹਾਡੀ ਸਾਰੀ ਜ਼ਿੰਮੇਵਾਰੀ ਨਾ ਅੱਧੀ-ਅੱਧੀ ਵੰਡ ਲੂਗਾ। ਮੈਂ ਕਿਸੇ ਜ਼ਿੰਮੇਵਾਰੀ ਤੋਂ ਭੱਜਦੀ ਨਹੀਂ ਆ, ਪਰ ਵਿੱਚੋਂ ਤੁਸੀਂ ਡਰ ਰਹੇ ਹੋ, ਪਰ ਤੁਸੀਂ ਸ਼ਿਵਮ ਨਾਲ ਵਿਆਹ ਵੀ ਕਰਾਉਣਾ ਚਾਹੁੰਦੇ ਹੋ। ਬਹਾਨੇ ਮਾਰ ਰਹੇ ਹੋ ਨਾ, ਮੈਨੂੰ ਸਭ ਪਤਾ ਹੈ। ਤੁਸੀਂ ਐਸੀ ਗੱਲ ਤੋਂ ਡਰ ਰਹੇ ਹੋ ਨਾ ਕਿ ਪਤਾ ਨਹੀਂ ਕਿਤੇ ਸ਼ਿਵਮ ਵਿਆਹ ਤੋਂ ਬਾਅਦ ਬਦਲ ਨਾ ਜਾਵੇ। ਉਹ ਨਹੀਂ ਬਦਲੂਗਾ। ਨਾਲੇ ਕਦੇ-ਕਦੇ ਲੜਾਈ ਤਾਂ ਹੋਣੀ ਹੈ। ਲੜਾਈ ਵੀ ਤਾਂ ਉੱਥੇ ਹੀ ਹੁੰਦੀ ਹੈ ਨਾ ਜਿੱਥੇ ਪਿਆਰ ਹੋਵੇ। ਜਿਹਦਾ ਜੋਰ ਚੱਲ ਗਿਆ ਉਹ ਦੂਜੇ ਨੂੰ ਮਨਾ ਲਿਆ ਕਰੋ, ਤੇ ਬਸ ਐਦਾਂ ਹੀ ਜ਼ਿੰਦਗੀ ਕੱਟੀ ਜਾਣੀ ਹੈ। ਤੁਸੀਂ ਤਿਆਰ ਹੋ? ਕਿਹਾ ਨਾ ਮੈਂ ਨਹੀਂ ਤਿਆਰ ਹੋਣਾ। ਮੈਂ ਕਿੱਦਾਂ ਦੀ ਗੱਲਾਂ ਕਰ ਰਹੇ ਹੋ ਮਾਇਆ ਮੈਡਮ? ਸ਼ਿਵਮ ਵਰਗਾ ਮੁੰਡਾ ਨਾ ਹਰ ਇੱਕ ਕੁੜੀ ਨੂੰ ਨਹੀਂ ਮਿਲਦਾ। ਚਲੋ ਮੌਕਾ ਸਾਂਭ ਲਓ। ਵਾਹ, ਕਿੰਨੀ ਬੇਸ਼ਰਮੀ ਨਾਲ ਤੁਸੀਂ ਮੈਨੂੰ ਮੌਕਾ ਸਾਂਭਣ ਦੀ ਸਲਾਹ ਦੇ ਰਹੇ ਹੋ। ਕੀ ਤਰੀਕਾ ਹੈ ਗੱਲ ਕਰਨ ਦਾ? ਮੈਂ ਤਾਂ ਕਰਕੇ ਦਿੱਤਾ ਜਿਵੇਂ ਤੁਹਾਨੂੰ ਬੇਸ਼ਰਮ ਦਿਸ ਰਹੀ ਹਾਂ। ਪਹਿਲਾਂ ਤਾਂ ਖਾਲੀ ਦੇਸ਼ੋ ਦਾ ਭਾਸ਼ਣ ਚੱਲਦਾ ਪਿਆ ਸੀ, ਪਰ ਹੁਣ ਨਾ ਅਸਲੀ ਸਵਾਦ ਆਇਆ ਮਾਇਆ ਦੀ ਗੱਲ ਸੁਣ ਕੇ। ਹਜੇ ਤਾਂ ਅੱਗ ਤੁਖਦੀ ਪਈ ਹੈ, ਪਾਂਬੜ ਤਾਂ ਮੱਚਣ ਦੇ, ਫੇਰ ਆਏਗਾ ਅਸਲੀ ਮਜ਼ਾ। ਸਾਰਾ ਕੁਝ ਤੇ ਮੇਰੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਅਜੇ ਵੀ ਕੋਈ ਕਸਰ ਬਾਕੀ ਹੈ? ਆਖੇ ਮੈਨੂੰ ਬੇਸ਼ਰਮ ਕਿਉਂ ਕਿਹਾ? ਆ ਤੁਸੀਂ ਕੀ ਕਹਿ ਰਹੇ ਹੋ ਮਾਇਆ ਮੈਡਮ? ਤੁਹਾਨੂੰ ਸਭ ਪਤਾ ਹੈ ਮੈਂ ਕੀ ਕਹਿਣੀ ਪਈ ਹਾਂ। ਦੇਖ ਰਹੀ ਹਾਂ ਮੈਂ ਤੁਹਾਡੀਆਂ ਸਾਰੀਆਂ ਹਰਕਤਾਂ। ਪਰ ਮੈਂ ਇਦਾਂ ਦਾ ਕੀ ਕਰ ਦਿੱਤਾ ਹੈ? ਕੀ ਕਰ ਦਿੱਤਾ? ਤੁਹਾਨੂੰ ਮੈਂ ਇੰਨੀ ਬੁੱਧੂ ਲੱਗਦੀ ਆ ਕਿ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਿਵਮ ਨਾਲ ਚੱਕਰ ਚਲਾਉਂਦੇ ਰਹੋਗੇ ਤਾਂ ਮੈਨੂੰ ਪਤਾ ਹੀ ਨਹੀਂ ਲੱਗੂਗਾ। ਤੁਸੀਂ ਹੋਸ਼ ਵਿੱਚ ਤਾਂ ਹੋ? ਆ ਸਭ ਕੀ ਬੋਲੀ ਜਾ ਰਹੇ ਹੋ ਤੁਸੀਂ? ਮੈਂ ਬਿਲਕੁਲ ਹੋਸ਼ ਵਿੱਚ ਆ ਤੇ ਮੈਂ ਜੋ ਕਹਿ ਰਹੀ ਹਾਂ ਨਾ ਸੋਚ ਸਮਝ ਕੇ ਕਹਿ ਰਹੀ ਹਾਂ। ਹੁਣ ਬਹੁਤੇ ਦੁੱਧ ਤੋਤੇ ਬਣਨ ਨਾਲ ਕੁਝ ਨਹੀਂ ਹੋਣ ਲੱਗਾ। ਸਾਰਾ ਕੁਝ ਪਤਾ ਲੱਗ ਗਿਆ ਮੈਨੂੰ। ਕੀ ਪਤਾ ਲੱਗ ਗਿਆ ਤੁਹਾਨੂੰ? ਤੁਸੀਂ ਕਹਿ ਕੀ ਰਹੇ ਹੋ? ਮੈਂ ਇੰਨੀ ਵੀ ਅੰਨੀ ਨਹੀਂ ਆ ਕਿ ਮੈਨੂੰ ਕੁਝ ਪਤਾ ਨਹੀਂ ਲੱਗੂਗਾ। ਇੰਨਾ ਕਤਾ ਮੈਂ ਦੇਖ ਹੀ ਸਕਦੀ ਆ ਕਿ ਕਿਵੇਂ ਤੁਸੀਂ ਸ਼ਿਵਮ ਨੂੰ ਆਪਣੇ ਕਾਬੂ ਵਿੱਚ ਕਰਕੇ ਆਪਣੇ ਅੱਗੇ ਪਿੱਛੇ ਘੁਮਾਉਣ ਲਾਇਆ ਹੋਇਆ। ਹਾਂ, ਕੀ ਬਕਵਾਸ ਹੈ ਮਾਇਆ ਮੈਡਮ? ਬਕਵਾਸ ਨਹੀਂ ਹੈ, ਸੱਚ ਹੈ। ਪਹਿਲਾਂ ਤੁਸੀਂ ਸ਼ਿਵਮ ਨੂੰ ਪੁੱਛ-ਪੁੱਛ ਕਰਕੇ ਪਿੱਛੇ ਲਾ ਲਿਆ ਤੇ ਜਦੋਂ ਉਹ ਤੁਹਾਡੇ ਪਿੱਛੇ ਲੱਗ ਗਿਆ ਤੇ ਮੈਡਮ ਜੀ ਹੁਣ ਸਵਾਦ ਲੈਂਦੇ ਪਏ ਨੇ। ਇਹੀ ਕੁਝ ਹੋ ਰਿਹਾ ਨਾ ਇੱਥੇ। ਮੈਨੂੰ ਤਾਂ ਆ ਨਹੀਂ ਸਮਝ ਆ ਰਿਹਾ ਕਿ ਤੁਹਾਨੂੰ ਆ ਸਭ ਹੁੰਦਾ ਦਿਸ ਕਿੱਥੇ ਗਿਆ। ਤੁਸੀਂ ਆਪਣੇ ਹੋਸ਼ 'ਚ ਨਹੀਂ ਹੋ ਮਾਇਆ ਮੈਡਮ। ਤੁਸੀਂ ਕੁਝ ਖਾ ਪੀ ਤਾਂ ਨਹੀਂ ਲਿਆ? ਖਾਦਾ ਪੀਤਾ ਹੁੰਦਾ ਨਾ ਤੇ ਭਾਵੇਂ ਮੈਂ ਖਿਆਲ ਵੀ ਨਾ ਕਰਦੀ, ਪਰ ਉਹ ਤਾਂ ਸ਼ੁਕਰ ਹੈ ਕਿ ਮੈਂ ਕੋਈ ਨਸ਼ਾ ਹੀ ਨਹੀਂ ਕਰਦੀ। ਤੇ ਹੁਣ ਤੁਸੀਂ ਵੀ ਨਾ ਸ਼ਿਵਮ ਦਾ ਨਸ਼ਾ ਆਪਣੇ ਸਿਰ ਤੋਂ ਉਤਾਰ ਦੋ ਤੇ ਚੰਗਾ ਹੋਵੇਗਾ।
ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਇਦਾਂ ਨਾ ਬੋਲੋ ਮਾਇਆ ਮੈਡਮ, ਜੋ ਵੀ ਤੁਸੀਂ ਸੋਚ ਰਹੇ ਹੋ ਨਾ ਇਦਾਂ ਦਾ ਕੁਝ ਵੀ ਨਹੀਂ ਹੈ। ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ। ਜਿਹੋ ਜਿਹੀ ਵੀ ਗੱਲ ਹੋਵੇ, ਪਰ ਹੁਣ ਇੱਥੇ ਤੁਹਾਡੀ ਗੱਲ ਨਹੀਂ ਬਣਨੀ। ਠੀਕ ਹੈ, ਤੁਹਾਡੇ ਘਰ ਵਾਲੇ ਨੇ ਤੁਹਾਨੂੰ ਛੱਡ ਦਿੱਤਾ, ਕੱਲਾ ਮਹਿਸੂਸ ਹੁੰਦਾ ਹੋਵੇਗਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸ਼ਿਵਮ ਨੂੰ ਆਪਣੇ ਇਸ਼ਾਰਿਆਂ ਤੇ ਨਚਾ ਕੇ ਆਪਣਾ ਉੱਲੂ ਸਿੱਧਾ ਕਰੋ। ਹੁਣ ਉਹਦੀ ਜ਼ਿੰਦਗੀ ਵਿੱਚ ਮੈਂ ਆ, ਤੇ ਹੁਣ ਕਿਸੇ ਹੋਰ ਨੂੰ ਸ਼ਿਵਮ ਦੀ ਜ਼ਿੰਦਗੀ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ, ਤੇ ਨਾ ਹੀ ਮੈਂ ਕਿਸੇ ਹੋਰ ਨੂੰ ਦਖਲ ਦੇਣਾ ਹੈ। ਮੈਨੂੰ ਕੋਈ ਲੋੜ ਨਹੀਂ ਹੈ ਤੁਹਾਡੀ ਤੇ ਸ਼ਿਵ ਦੀ ਜ਼ਿੰਦਗੀ ਵਿੱਚ ਦਖਲ ਦੇਣ ਦੀ। ਲੋੜ ਹੋਵੇ ਜਾਂ ਨਾ ਹੋਵੇ, ਪਰ ਸ਼ਿਵਮ ਦੇ ਨੇੜੇ ਆਉਣ ਦੀ ਕੋਸ਼ਿਸ਼ ਵੀ ਨਾ ਕਰਿਓ। ਫਿਰ ਨਾ ਕਹੋ ਕਿ ਮਾਇਆ ਆਪ ਤਾਂ ਗਈ, ਸ਼ਿਵਮ ਨੂੰ ਵੀ ਨਾਲ ਲੈ ਗਈ।